ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੀ ਆਇਆਂ ਨੂੰ ਸ਼ੁਕਰ ਹੈ ਵਾਹਿਗੁਰੂ ਜੀ। ਸੋ ਸੰਗਤ ਜੀ, ਅੱਜ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦਾ ਕਿ 26 ਜਨਵਰੀ ਨੂੰ ਜਨਮ ਦਿਨ ਆ। ਤਾਂ ਅੱਜ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਯਾਦ ਕਰਾਂਗੇ, ਉਹਨਾਂ ਦਾ ਜੀਵਨ ਦੇਖਾਂਗੇ, ਉਹਨਾਂ ਦੀ ਘਾਲਣਾ, ਉਹਨਾਂ ਦਾ ਗੁਰੂ ਦੇ ਪ੍ਰਤੀ ਸਮਰਪਣ ਕਿੰਨਾ ਜ਼ਿਆਦਾ ਸੀ ਔਰ ਕਿਹੋ ਜਿਹੇ ਉਹ ਮਾਰਗ ਦੇ ਉੱਤੇ ਚੱਲੇ ਕਿ ਇਹੋ ਜਿਹੇ ਗੁਰਸਿੱਖਾਂ ਨੂੰ ਗੁਰਬਾਣੀ ਧੰਨ ਧੰਨ ਆਖਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਨੇ, ਧੰਨ ਧੰਨ ਸੋ ਗੁਰਸਿੱਖ ਕਹੀਏ, ਉਸ ਗੁਰਸਿੱਖ ਨੂੰ ਧੰਨ ਧੰਨ ਕਹੋ। ਹੁਣ ਇਹ ਸਾਰਾ ਦੇਖੋ ਕਿਹਨਾਂ ਲਈ ਕਿਹਾ ਗੁਰਬਾਣੀ ਨੇ ਗੁਰਸਿੱਖ, ਉਹ ਸਾਰਾ ਹੀ ਬਾਬਾ ਜੀ ਦੇ ਜੀਵਨ ਦੇ ਉੱਤੇ ਜਿਹੜਾ ਢੁਕਦਾ ਪਿਆ। ਬਿਲਕੁਲ ਧੰਨ ਧੰਨ ਸੋ ਗੁਰਸਿੱਖ ਕਹੀਏ, ਜੋ ਸਤਿਗੁਰ ਚਰਨੀ ਜਾਏ ਪਿਆ। ਜਿਹੜਾ ਆਪਣੇ ਸੱਚੇ ਗੁਰੂ ਦੇ ਚਰਨਾਂ ਦੇ ਵਿੱਚ ਜਾ ਕੇ ਪੈ ਗਿਆ, ਉਸ ਗੁਰਸਿੱਖ ਨੂੰ ਧੰਨ ਧੰਨ ਕਹੋ। ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਪੌੜੀ ਹੈ। ਫਿਰ ਮਹਾਰਾਜ ਕਹਿੰਦੇ, ਧੰਨ ਧੰਨ ਸੋ ਗੁਰਸਿੱਖ ਕਹੀਏ, ਜਿਨ ਹਰ ਨਾਮਾ ਮੁਖ ਰਾਮ ਕਹਿਆ। ਜਿਹਨੇ ਪਰਮਾਤਮਾ ਦੇ ਨਾਮ ਨੂੰ, ਰਾਮ ਨਾਮ ਨੂੰ ਆਪਣੇ ਮੁਖ ਤੋਂ ਕਹਿਆ, ਉਸ ਗੁਰਸਿੱਖ ਨੂੰ ਧੰਨ ਆਖੋ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਉਹਨਾਂ ਦਾ ਉਹ ਤਾਂ ਜੀਵਨ ਭਰ ਨਾਮ ਹੀ ਜਪਦੇ ਰਹੇ। ਅਸੀਂ ਕਰਾਂਗੇ ਉਹਨਾਂ ਦੇ ਜੀਵਨ ਦੇ ਦਰਸ਼ਨ। ਫਿਰ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ ਨੇ, ਧੰਨ ਧੰਨ ਸੋ ਗੁਰਸਿੱਖ ਕਹੀਏ, ਜਿਨ ਹਰ ਨਾਮ ਸੁਣੀਏ ਮਨ ਆਨੰਦ ਪਿਆ। ਜਿਹਦਾ ਨਾਮ ਸੁਣ ਕੇ ਮਨ ਆਨੰਦ ਵਿੱਚ ਆ ਗਿਆ, ਉਸ ਗੁਰਸਿੱਖ ਨੂੰ ਧੰਨ ਧੰਨ ਆਖੋ। ਅੱਗੇ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ ਨੇ, ਧੰਨ ਧੰਨ ਸੋ ਗੁਰਸਿੱਖ ਕਹੀਏ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਵੀ ਬਾਬਾ ਦੀਪ ਸਿੰਘ ਜੀ ਦਾ ਜੀਵਨ ਇਹੋ ਜਿਹਾ ਹੀ ਹੈ। ਫਿਰ ਮਹਾਰਾਜ ਕਹਿੰਦੇ ਨੇ, ਤਿਸ ਗੁਰਸਿੱਖ ਕਹੋ ਹੋ ਸਦਾ ਨਮਸਕਾਰੀ। ਹੁਣ ਮਹਾਰਾਜ ਕਹਿੰਦੇ, ਉਸ ਗੁਰਸਿੱਖ ਨੂੰ ਅਸੀਂ ਸਦਾ ਨਮਸਕਾਰ ਕਰਦੇ ਹਾਂ। ਕਿਸ ਗੁਰਸਿੱਖ ਨੂੰ? ਜੋ ਗੁਰ ਕੈ ਭਾਣੇ ਗੁਰਸਿੱਖ ਚੱਲਿਆ। ਜਿਹੜਾ ਆਪਣੇ ਗੁਰੂ ਦੇ ਭਾਣੇ ਵਿੱਚ ਗੁਰਸਿੱਖ ਚੱਲਿਆ, ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ ਨੇ, ਉਸ ਗੁਰਸਿੱਖ ਨੂੰ ਅਸੀਂ ਸਦਾ ਹੀ ਨਮਸਕਾਰਾਂ ਕਰਦੇ ਹਾਂ, ਸਦਾ ਹੀ ਨਮਸਕਾਰਾਂ ਕਰਦੇ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦਾ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਜੀਵਨ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਅਸਲੀ ਸੂਰਮਾ ਕੌਣ ਆ? ਜਿਹਨੂੰ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਗਿਆ। ਫਿਰ ਉਹ ਕੀ ਕਰ ਦਿੰਦਾ? ਆਤਮ ਜਿਣੇ ਸਗਲ ਵਸਤਾ ਕੇ ਜਾਕਾ ਸਤਿਗੁਰ ਪੂਰਾ। ਆਪਣੇ ਮਨ ਨੂੰ ਜਿੱਤ ਲੈਂਦਾ, ਆਤਮ ਰੂਪ ਉਹਦਾ ਜਾਗਰਤ ਹੋ ਜਾਂਦਾ ਹੈ। ਸੋ ਧੰਨ ਬਾਬਾ ਦੀਪ ਸਿੰਘ ਜੀ ਦਾ ਜੀਵਨ ਸੰਗਤ ਜੀ। ਤੋ ਮਹਾਰਾਜ ਕਹਿੰਦੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾੜ ਨਾ ਕੀਜੈ। ਇਹ ਬਾਬਾ ਦੀਪ ਸਿੰਘ ਜੀ ਦਾ ਜੀਵਨ ਹੈ। ਸੋ ਬਾਬਾ ਜੀ ਦਾ ਜਨਮ ਜਿਹੜਾ 26 ਜਨਵਰੀ 1682 ਪਾਹੂਵਿੰਡ ਪਿੰਡ, ਜਿਹੜਾ ਕਿ ਅੰਮ੍ਰਿਤਸਰ ਸਾਹਿਬ ਦੇ ਨੇੜੇ, ਉੱਥੇ ਬਾਬਾ ਜੀ ਦਾ ਜਨਮ ਹੋਇਆ। ਮਾਤਾ ਜੀ ਸਤਿਕਾਰਯੋਗ ਮਾਤਾ ਜਿਉਣੀ ਜੀ, ਪਿਤਾ ਜੀ ਬਾਬਾ ਭਗਤਾ ਜੀ। ਇੱਕੋ ਹੀ ਪੁੱਤਰ ਸਨ, ਇਕਲੌਤੇ ਪੁੱਤਰ। ਇਹਨਾਂ ਦੋਨਾਂ ਦੇ ਗ੍ਰਹਿ ਵਿਖੇ ਬਾਬਾ ਜੀ ਦਾ ਜਨਮ ਹੋਇਆ। ਤੋ ਮਾਤਾ ਪਿਤਾ ਜੀ ਗੁਰਸਿੱਖੀ ਕਮਾਉਣ ਵਾਲੇ ਦੋਨੋਂ ਜਾਣੇ। ਬਾਬਾ ਜੀ ਨੂੰ ਵੀ ਗੁਰਤੀ ਉਹੋ ਜਿਹੀ ਦਿੱਤੀ, ਇਹੋ ਜਿਹੀ ਦਿੱਤੀ ਕਿ ਪੂਤਾ ਮਾਤਾ ਕੀ ਆਸੀਸ, ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਕਿ ਤੈਨੂੰ ਪਰਮਾਤਮਾ ਭੁੱਲੇ ਹੀ ਨਾ। ਇਸ ਤਰ੍ਹਾਂ ਦੀਆਂ ਲੋਰੀਆਂ, ਇਹੋ ਜਿਹੀਆਂ ਆਪਣੀਆਂ ਅਸੀਸਾਂ ਦੇ ਕੇ, ਸਿੱਖਿਆਵਾਂ ਦੇ ਦੇ ਕੇ ਮਾਤਾ ਪਿਤਾ ਨੇ ਬਾਬਾ ਜੀ ਦਾ ਪਾਲਣ ਪੋਸ਼ਣ ਕੀਤਾ। ਤੋ ਜੋ ਆਪਣੀ ਮੁੱਢਲੀ ਪੜ੍ਹਾਈ ਸੀਗੀ, ਉਹ ਆਪਣੇ ਪਿੰਡ ਵਿੱਚ ਹੀ ਬਾਬਾ ਜੀ ਨੇ ਲਈ। ਜਦੋਂ ਫਿਰ 1699 ਦੀ ਵਿਸਾਖੀ ਆਈ ਨਾ, ਤਾਂ ਉਦੋਂ ਅਨੰਦਪੁਰ ਸਾਹਿਬ ਸੰਗਤਾਂ ਗਈਆਂ, ਦੂਰੋਂ ਦਰੇਡਿਓਂ, ਹਰ ਜਗ੍ਹਾ ਪਿੰਡਾਂ ਦੀਆਂ ਵੀ। ਤੋ ਬਾਬਾ ਜੀ ਦੇ ਪਿੰਡ ਦੀਆਂ ਸੰਗਤਾਂ ਵੀ ਗਈਆਂ, ਮਾਤਾ ਪਿਤਾ ਔਰ ਧੰਨ ਬਾਬਾ ਦੀਪ ਸਿੰਘ ਜੀ ਵੀ ਗਏ। ਔਰ ਮਾਨਤਾ ਚੱਲੀ ਆਂਦੀ ਹੈ ਕਿ ਉਦੋਂ ਹੀ ਇਹਨਾਂ ਦੇ ਪਰਿਵਾਰ ਨੇ, ਪਿੰਡ ਵਾਸੀਆਂ ਨੇ ਉੱਥੋਂ ਅਨੰਦਪੁਰ ਸਾਹਿਬ ਜਿਹੜਾ ਅੰਮ੍ਰਿਤ ਛਕਿਆ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਉੱਥੇ ਖਾਲਸਾਈ ਖੇਡਾਂ ਜਦੋਂ ਦੇਖੀਆਂ ਨਾ, ਹੁਣ ਬਾਬਾ ਜੀ ਗੱਭਰੂ ਸਨ, ਨੌਜਵਾਨ ਗੱਭਰੂ। ਉੱਥੋਂ ਜਦੋਂ ਖਾਲਸਾਈ ਖੇਡਾਂ ਦੇਖੀਆਂ ਤਾਂ ਇਹਨਾਂ ਦੇ ਵੀ ਡੋਲੇ ਫੜ ਕੇ, ਕਿਵੇਂ ਘੋੜਸਵਾਰੀ ਕਰ ਰਹੇ ਨੇ ਸਿੰਘ, ਕਿਵੇਂ ਨੇਜੇ ਚਲਾ ਰਹੇ ਨੇ, ਕਿਵੇਂ ਤੀਰਅੰਦਾਜ਼ੀ, ਕਿਵੇਂ ਤਲਵਾਰਾਂ। ਉਹ ਬਾਬਾ ਜੀ ਦਾ ਮਨ ਵੀ ਸੀ, ਮੈਂ ਵੀ ਇਹ ਸਾਰਾ ਕੁਝ ਸਿੱਖਾਂ। ਬੜਾ ਅੱਛਾ ਲੱਗ ਰਿਹਾ ਸੀ। ਖਾਲਸਾਈ ਖੇਡਾਂ ਬਹੁਤ ਬਾਬਾ ਜੀ ਨੂੰ ਅੱਛੀਆਂ ਲੱਗੀਆਂ। ਤੇ 3.5 ਮਹੀਨੇ ਇਹਨਾਂ ਦਾ ਪਰਿਵਾਰ
ਜਿਹੜਾ ਉੱਥੇ ਰਿਹਾ ਮਾਤਾ ਪਿਤਾ। ਹੁਣ ਪਿੰਡ ਦੀਆਂ ਸੰਗਤਾਂ ਨੇ ਇਜਾਜ਼ਤ ਮੰਗੀ ਸਤਿਗੁਰਾਂ ਤੋਂ ਆਪਣੇ ਘਰ ਨੂੰ ਵਾਪਸ ਆਉਣ ਦੀ, ਲੇਕਿਨ ਬਾਬਾ ਦੀਪ ਸਿੰਘ ਜੀ ਇਹਨਾਂ ਦਾ ਮਨ ਨਹੀਂ ਮੰਨਿਆ ਕਿ ਮੈਂ ਵਾਪਸ ਘਰ ਜਾਣਾ ਹੈ। तो गुरु गोबिंद सिंह जी महाराज ਦੇ ਚਰਨਾਂ ਵਿੱਚ ਹੀ ਉੱਥੇ ਰੁਕ ਗਏ। ਔਰ ਮਾਤਾ ਪਿਤਾ ਨੇ ਵੀ ਬੜੀ ਖੁਸ਼ੀ ਮਹਿਸੂਸ ਕੀਤੀ ਕਿ ਇਹ ਸਤਿਗੁਰਾਂ ਦੀ ਅੰਡਰ ਸ਼ਾਵਰ ਰਹੇਗਾ ਸਾਡਾ ਪੁੱਤਰ, ਇਕਲੌਤਾ ਪੁੱਤਰ ਹੈ। ਤੇ ਉੱਥੇ ਹੀ ਉਹ ਬੜੇ ਖੁਸ਼ ਨੇ। ਗੁਰੂ ਮਹਾਰਾਜ ਦੀ ਦੇਖ ਰੇਖ ਵਿੱਚ ਫਿਰ ਧੰਨ ਬਾਬਾ ਦੀਪ ਸਿੰਘ ਜੀ, ਉੱਥੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਬੜੇ ਭਾਰੀ ਗੁਰਸਿੱਖ ਨੇ, ਜਿਹੜੇ ਕਿ 6ਵੇਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਸਾਹਿਬ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਸਿੱਖ ਚੱਲੇ ਆ ਰਹੇ ਨੇ, ਗੁਰੂ ਨਾਨਕ ਦੇ ਘਰ ਦੇ। ਇਹਨਾਂ ਦੇ ਦਾਦਾ ਜੀ ਉਸ ਸਮੇਂ ਦੇ ਸਿੱਖ ਨੇ, ਤੇ 7ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਬੜੀ ਸੇਵਾ ਕੀਤੀ ਇਸ ਪਰਿਵਾਰ ਨੇ। ਤੋ ਗੁਰੂ ਮਹਾਰਾਜ ਜੀ ਦੇ ਸਿੱਖ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਇਹਨਾਂ ਨੇ ਬਾਬਾ ਦੀਪ ਸਿੰਘ ਨੂੰ ਸ਼ਸਤਰ ਤੇ ਸ਼ਾਸਤਰ ਵਿਦਿਆ ਵਿੱਚ ਚੰਗੀ ਤਰ੍ਹਾਂ ਜਿਹੜੀ ਮਹਾਰਤ ਹਾਸਲ ਕਰਵਾਈ। ਗੁਰਸਿੱਖੀ ਕੀ ਹੈ, ਗੁਰਮਤਿ ਸਿਧਾਂਤ ਕੀ ਨੇ, ਗੁਰਬਾਣੀ ਦੀਆਂ ਗਹਿਰਾਈਆਂ ਕੀ ਨੇ, ਉਹ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਸਾਰੀ ਸਿੱਖਿਆ ਦਿੱਤੀ। ਔਰ ਇੰਨੇ ਜ਼ਿਆਦਾ ਇਹ ਬੁੱਧੀਮਾਨ ਸਨ, ਹਰ ਤਰ੍ਹਾਂ ਦੀ ਟ੍ਰੇਨਿੰਗ ਬਹੁਤ ਅੱਛੀ ਤਰ੍ਹਾਂ ਇਹਨਾਂ ਨੇ ਲਈ। ਛੇਤੀ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਨਮੁਖ ਸਿੱਖਾਂ ਵਿੱਚ ਸ਼ਾਮਲ ਹੋ ਗਏ। ਸਨਮੁਖ ਉਹ ਸਿੱਖ ਸਨ ਜਿਹੜੇ ਹਰ ਵਕਤ ਹੀ ਨਾਲ ਰਿਹਾ ਕਰਦੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ, ਤੇ ਬਾਬਾ ਦੀਪ ਸਿੰਘ ਜੀ ਉਸ ਵਿੱਚ ਸ਼ਾਮਲ ਹੋ ਗਏ। ਫਿਰ ਇਹਨਾਂ ਦੇ ਪਿੰਡ ਤੋਂ ਸੰਗਤਾਂ ਇੱਕ ਵਾਰ ਆਈਆਂ 1703 ਦੇ ਵਿੱਚ। ਉਹਨਾਂ ਨੇ ਕਿਹਾ ਕਿ ਗੁਰੂ ਮਹਾਰਾਜ ਜੀ ਕਿ ਸਾਡੇ ਨਗਰ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ, ਤਾਂ ਕਿਸੇ ਸਿੱਖ ਨੂੰ ਭੇਜੋ ਸਾਡੇ ਨਗਰ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਜਾਵੇ। ਤਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਦੀਪ ਸਿੰਘ ਜੀ ਵੱਲ ਨੂੰ ਇਸ਼ਾਰਾ ਕਰਕੇ ਕਿਹਾ ਵੀ ਇਸ ਸਿੱਖ ਨੂੰ ਭੇਜ ਦਿੰਦੇ, ਬੜੀ ਗੁਰਮਤਿ ਦੀ ਸੋਝੀ ਹੈ। ਹੁਣ ਅਗਰ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕਰ ਦਿੱਤੇ ਨਾ ਬੜੀ ਗੁਰਮਤਿ ਦੀ ਸੋਝੀ ਹੈ, ਤਾਂ ਉਹ ਤਾਂ ਫਿਰ ਅਟਲ ਨੇ ਸਤਿਗੁਰਾਂ ਦੇ ਵਚਨ ਤਾਂ। ਸੋ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਮਹਾਰਾਜ ਨੇ ਅਸੀਸਾਂ ਦੇ ਕੇ ਥਾਪੜੇ ਦੇ ਕੇ ਭੇਜਿਆ, ਤੁਸੀਂ ਗੁਰਸਿੱਖੀ ਦਾ ਗੁਰਮਤਿ ਦਾ ਪ੍ਰਚਾਰ ਕਰੋ। ਸੋ ਆਪਣੇ ਪਿੰਡ ਆ ਗਏ ਨੇ ਬਾਬਾ ਦੀਪ ਸਿੰਘ ਜੀ। ਉਹੀ ਜੀਵਨ ਹੈ, ਅੰਮ੍ਰਿਤ ਵੇਲੇ ਉੱਠਣਾ, ਬੰਦਗੀ ਕਰਨੀ, ਗੁਰਸਿੱਖੀ ਦਾ ਪ੍ਰਚਾਰ ਕਰਨਾ। ਬਹੁਤ ਸਾਰੀਆਂ ਸੰਗਤਾਂ ਨੂੰ ਸਿੱਖੀ ਦੇ ਨਾਲ ਜੋੜਿਆ ਬਾਬਾ ਜੀ ਨੇ। ਉਧਰ ਕਲਗੀਧਰ ਪਾਤਸ਼ਾਹ ਜੀ 1704 ਈਸਵੀ ਨੂੰ ਅਨੰਦਪੁਰ ਸਾਹਿਬ ਛੱਡਿਆ। ਤੋ ਮਹਾਰਾਜ ਜੀ ਜੰਗਾਂ ਯੁੱਧਾਂ ਦਾ ਮਾਹੌਲ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋ ਗਈਆਂ, ਮਾਤਾ ਗੁਜਰੀ ਜੀ ਦੀ ਹੋ ਗਈ, ਕਿੰਨੇ ਪਿਆਰਿਆਂ ਸਿੱਖਾਂ ਦੀਆਂ ਵੀ ਹੋਈਆਂ ਸ਼ਹੀਦੀਆਂ ਜੋ ਨੇ। 1705 ਵਿੱਚ ਕਲਗੀਧਰ ਪਾਤਸ਼ਾਹ ਜੀ ਦਮਦਮਾ ਸਾਹਿਬ ਆ ਗਏ ਨੇ, ਜਿੱਥੇ ਦਮ ਲਿਆ, ਕਮਰ ਕੱਸਾ ਖੋਲਿਆ ਜੰਗਾਂ ਯੁੱਧਾਂ ਦਾ। ਉੱਥੇ ਫਿਰ ਗੁਰੂ ਮਹਾਰਾਜ ਜੀ ਨੇ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੋਚਿਆ ਕਿ ਜੋ 1604 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਆਦਿ ਗ੍ਰੰਥ ਬੀੜ ਦੀ ਸਥਾਪਨਾ ਕੀਤੀ ਹੈ, ਉਸ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਦਰਜ ਕੀਤੀ ਜਾਵੇ। ਉੱਥੇ ਗੁਰੂ ਮਹਾਰਾਜ ਜੀ ਨੇ ਫਿਰ ਜਿਹੜਾ ਹੈ ਸਿੱਖਾਂ ਨੂੰ ਭੇਜਿਆ ਕਿ ਤੁਸੀਂ ਕਰਤਾਰਪੁਰ ਸਾਹਿਬ ਜਾਓ, ਧੀਰ ਮੱਲੀਆਂ ਦੇ ਪਾਸ ਜਾਓ, ਉੱਥੋਂ ਆਦਿ ਗ੍ਰੰਥ ਬੀੜ ਜਿਹੜੀ ਹੈ ਉਹ ਲੈ ਕੇ ਆਓ ਤੁਸੀਂ। ਲੇਕਿਨ ਧੀਰ ਮੱਲੀਆਂ ਨੇ ਇਨਕਾਰ ਕਰ ਦਿੱਤਾ। ਉਹਨਾਂ ਦੇ ਪਾਸ ਇਹ ਆਦਿ ਗ੍ਰੰਥ ਵਾਲੀ ਬੀੜ ਕਿਵੇਂ ਪਹੁੰਚੀ? 6ਵੇਂ ਪਾਤਸ਼ਾਹ ਵੇਲੇ ਜਦੋਂ ਲਾਹੌਰ ਵਾਲੇ ਨੇ ਅਟੈਕ ਕੀਤਾ ਸੀ ਜੰਗ ਯੁੱਧ ਦੇ ਲਈ, ਤਾਂ ਸਤਿਗੁਰਾਂ ਨੇ ਆਪਣੇ ਪੋਤਰੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ, ਵੱਡੇ ਪੁੱਤਰ ਧੀਰਮਲ ਨੂੰ ਕਿਹਾ ਸੀ ਕਿ ਤੁਸੀਂ ਇਹ ਆਦਿ ਗ੍ਰੰਥ ਜੋ ਬੀੜ ਸਾਹਿਬ ਜੀ ਨੇ, ਇਹਨਾਂ ਨੂੰ ਤੁਸੀਂ ਹਿਫਾਜ਼ਤ ਦੇ ਨਾਲ ਜਿਹੜਾ ਹੈ ਕਰਤਾਰਪੁਰ ਲੈ ਜਾਓ। ਜੰਗ ਦਾ ਮਾਹੌਲ ਬਣਿਆ ਹੈ, ਕਿਤੇ ਬੇਅਦਬੀ ਨਾ ਹੋ ਜਾਵੇ, ਤੁਸੀਂ ਇਹ ਸੰਭਾਲ ਕੇ ਰੱਖੋ। ਸੋ ਉਦੋਂ ਤਾਂ ਉਹ ਲੈ ਗਏ, ਪਰ ਮੁੜ ਕੇ ਆਪਣਾ ਹੀ ਕਬਜ਼ਾ ਕਰੀ ਰੱਖੇ। ਵਾਪਸ ਉਹਨਾਂ ਨੇ ਫਿਰ ਉਹ ਬੀੜ ਜਿਹੜੀ ਨਹੀਂ ਦਿੱਤੀ ਗੁਰੂ ਘਰ ਦੇ ਵਿੱਚ। ਤਾਂ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਨੂੰ ਭੇਜਿਆ, ਧੀਰ ਮੱਲੀਆਂ ਦੇ ਪਾਸ ਕਰਤਾਰਪੁਰ ਸਾਹਿਬ ਪਹੁੰਚੇ ਨੇ, ਲੇਕਿਨ ਧੀਰ ਮੱਲੀਆਂ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਨਹੀਂ ਦੇਣੀ ਬੀੜ। ਤੁਸੀਂ ਆਖਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਵਿੱਚ ਗੁਰੂ ਨਾਨਕ ਦੀ ਜੋਤ ਹੈ, ਤਾਂ ਫਿਰ ਗੁਰੂ ਨਾਨਕ ਨੂੰ ਤਾਂ ਧਰੋਂ ਬਾਣੀ ਆਈ ਹੈ, ਗੁਰੂ ਗੋਬਿੰਦ ਸਿੰਘ ਜੀ ਵੀ ਬਾਣੀ ਆਪ ਰਚ ਲੈਣ। ਫਿਰ ਇਵੇਂ ਫਿਰ ਜਦੋਂ ਸੁਨੇਹਾ ਆ ਗਿਆ, ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਦੀਪ ਸਿੰਘ ਜੀ ਦੇ ਲਈ ਵੀ ਸੁਨੇਹਾ ਭੇਜਿਆ, ਸਿੱਖਾਂ ਨੂੰ ਭੇਜਿਆ ਕਿ ਬਾਬਾ ਦੀਪ ਸਿੰਘ ਜੀ ਨੂੰ ਲੈ ਕੇ ਆਓ। ਔਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤਾਂ ਪਹਿਲਾਂ ਹੀ ਉੱਥੇ ਮੌਜੂਦ ਸਨ, ਦਿੱਲੀ ਤੋਂ ਆ ਗਏ ਸਨ ਮਾਤਾਵਾਂ ਨੂੰ ਲੈ ਕੇ। ਉੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਟੈਂਟ ਲਗਵਾਇਆ, ਤੰਬੂ, ਜਿਸ ਦੇ ਵਿੱਚ ਸਤਿਗੁਰ ਜੀ ਨੇ ਸਾਰੀ ਬਾਣੀ ਜਿਹੜੀ ਹੈ
ਇੱਕ ਓਂਕਾਰ ਤੋਂ ਲੈ ਕੇ 18 10 ਤੱਕ ਸਾਰੀ ਬਾਣੀ ਆਪ ਹੀ ਮਹਾਰਾਜ ਨੇ ਉਚਾਰਨ ਕੀਤੀ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਲਿਖਵਾਈ ਹੈ। ਔਰ ਧੰਨ ਬਾਬਾ ਦੀਪ ਸਿੰਘ ਜੀ ਇਹ ਸਹਾਇਕ ਸਨ। ਔਰ ਕਲਮਾਂ, ਕਾਗਜ਼, ਦਵਾਤ, ਸ਼ਾਹੀ ਦਾ ਸਾਰਾ ਪ੍ਰਬੰਧ ਜੋ ਹੈ ਬਾਬਾ ਦੀਪ ਸਿੰਘ ਜੀ ਦੀ ਸੇਵਾ ਲੱਗੀ ਹੋਈ ਸੀ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਲਿਖਵਾਈ ਗਈ। ਰੋਜ਼ ਰੋਜ਼ ਬਾਣੀ ਜਿੰਨੀ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਉਚਾਰਨ ਕਰਦੇ, ਲਿਖਵਾਉਂਦੇ, ਉਸ ਦੀ ਰੋਜ਼ ਫਿਰ ਸ਼ਾਮਾਂ ਨੂੰ ਕਥਾ ਵੀ ਖੁਦ ਕਰਦੇ ਸਨ ਗੁਰਬਾਣੀ ਦੀ। ਔਰ 48 ਸਿੱਖ ਉਸ ਵਕਤ ਉੱਥੇ ਮੌਜੂਦ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਮਾਤਾ ਭਾਗ ਕੌਰ ਵੀ ਉਹਨਾਂ ਸਿੱਖਾਂ ਦੇ ਵਿੱਚ ਹੀ ਸ਼ਾਮਲ ਸੀ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰਬੰਦ ਤੋਂ ਤੁਰਕੀ ਬਾਣੀ ਦੀ ਕਥਾ ਆਪ ਸਰਵਣ ਕੀਤੀ। ਔਰ ਇਹ ਸਾਰੇ ਦੇ ਸਾਰੇ ਵਿਦੇਹੀ ਮੁਕਤ ਹੋ ਗਏ ਸਨ ਸੰਗਤ ਜੀ। ਦੇਹ ਵਿੱਚ ਰਹਿੰਦਿਆਂ ਇਹਨਾਂ ਦਾ ਮਨ ਮੁਕਤ ਹੋ ਗਿਆ ਸੀ। ਇੰਨੀ ਉੱਚੀ ਅਵਸਥਾ ਇਹਨਾਂ ਗੁਰਸਿੱਖਾਂ ਦੀ ਹੋ ਚੁੱਕੀ ਸੀ। ਸੋ ਫਿਰ ਇਹ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਜਿਹਦੇ ਵਿੱਚ 9ਵੇਂ ਪਾਤਸ਼ਾਹ ਦੀ ਬਾਣੀ ਵੀ ਹੁਣ ਮਹਾਰਾਜ ਨੇ ਦਰਜ ਕੀਤੀ। ਸਾਰੀ ਬਾਣੀ ਜੋ ਅੱਜ ਦੇ ਮੌਜੂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪਾਸ ਨੇ, ਇਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਧੁਰੋਂ ਬਾਣੀ ਜਿਹੜੀ ਹੈ ਉਤਾਰ ਕੇ ਭਾਈ ਸਾਹਿਬ ਭਾਈ ਮਨੀ ਸਿੰਘ ਤੋਂ ਲਿਖਵਾਈ। ਇਹ ਫਿਰ 30 ਅਗਸਤ 1600 ਜਿਹੜਾ ਹੈ ਇਹ ਬਾਣੀ ਜਿਹੜੀ ਹੈ ਸੰਗਤ ਜੀ ਕੰਪਲੀਟ ਹੋਈ ਹੈ 30 ਅਗਸਤ 1706 ਦੇ ਵਿੱਚ। ਉਦੋਂ ਫਿਰ ਹੁਕਮਨਾਮਾ ਆਇਆ ਸੀ, ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਇਹ ਉਸ ਵਕਤ ਉੱਥੇ ਹੁਕਮਨਾਮਾ ਆਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਨੰਦੇੜ ਵੱਲ ਨੂੰ ਜਾਣ ਦਾ ਜਿਹੜਾ ਹੈ ਦੱਸਿਆ ਸਿੱਖਾਂ ਨੂੰ ਕਿ ਅਸੀਂ ਹੁਣ ਉੱਧਰ ਜਾਣਾ ਹੈ। ਸਾਰੇ ਸਿੱਖ ਤਿਆਰ ਸਨ, ਮਹਾਰਾਜ ਜੀ ਅਸੀਂ ਵੀ ਨਾਲ ਹੀ ਚੱਲਣਾ, ਸਾਨੂੰ ਵੀ ਨਾਲ ਹੀ ਲੈ ਕੇ ਜਾਓ। ਸਿੱਖ ਇਤਨਾ ਪ੍ਰੇਮ ਕਰਦੇ ਨੇ ਕਿ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਪਾਉਂਦੇ। ਲੇਕਿਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਦੀ ਅਲੱਗ-ਅਲੱਗ ਡਿਊਟੀਜ਼ ਲਗਾਈਆਂ। ਤੁਹਾਡੀ ਇਹ ਸੇਵਾ ਹੈ, ਤੁਹਾਡੀ ਇਹ ਸੇਵਾ ਹੈ। ਕੁਝ ਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਨੇ ਚਾਲੇ ਪਾਉਣੇ ਨੇ। ਤਾਂ ਉਹਨਾਂ ਸਿੱਖਾਂ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਵੀ ਚਾਹੁੰਦੇ ਸਨ ਕਿ ਅਸੀਂ ਗੁਰੂ ਮਹਾਰਾਜ ਦੇ ਨਾਲ ਹੀ ਜਾਈਏ। ਲੇਕਿਨ ਸਤਿਗੁਰਾਂ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀਆਂ ਸੇਵਾਵਾਂ ਵੀ ਲਗਾ ਦਿੱਤੀਆਂ, ਬਾਬਾ ਦੀਪ ਸਿੰਘ ਜੀ ਦੀਆਂ ਵੀ ਲਗਾਈਆਂ। ਔਰ ਸਿੱਖਾਂ ਨੂੰ ਕਿਹਾ ਤੁਸੀਂ ਮੰਗੋ ਜੋ ਜੋ ਤੁਸੀਂ ਮੰਗਦੇ ਹੋ। ਤਾਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਆਪ ਜੀ ਦੀ ਬਖਸ਼ੀ ਹੋਈ ਸਿੱਖੀ ਬਸ ਨਿਭ ਜਾਵੇ। ਤਾਂ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਕਿਹਾ ਸੀ, ਤੁਸੀਂ ਸਿੱਖੀ ਦੀ ਗੱਲ ਕਰਦੇ ਹੋ, ਸਿੱਖੀ ਨਿਭ ਜਾਵੇ। ਤੁਹਾਡਾ ਤਾਂ ਅਗਰ ਬੰਦ ਵੀ ਕੱਟਿਆ ਜਾਵੇਗਾ ਨਾ, ਉਸ ਵਿੱਚੋਂ ਵੀ ਸਿੱਖੀ ਦੀ ਖੁਸ਼ਬੂ ਆਵੇਗੀ। ਔਰ ਇਵੇਂ ਹੀ ਹੋਇਆ ਸੰਗਤ ਜੀ। ਬਾਬਾ ਦੀਪ ਸਿੰਘ ਜੀ ਨੇ ਵੀ ਕਿਹਾ ਮਹਾਰਾਜ ਜੀ ਤੁਹਾਡੇ ਚਰਨਾਂ ਦੇ ਨਾਲ ਸਾਡੀ ਨਿਭ ਆਵੇ। ਇਹ ਮੰਗੀ ਸੀ ਬਾਬਾ ਦੀਪ ਸਿੰਘ ਜੀ ਨੇ ਮੰਗ। ਤਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਬਾਬਾ ਦੀਪ ਸਿੰਘ ਜੀ ਨੂੰ, ਬਾਬਾ ਦੀਪ ਸਿੰਘ ਨੂੰ ਕਿਹਾ, ਦੀਪ ਸਿੰਘ ਤੇਰੇ ਬਚਨ ਅਟਲ ਹੋਣਗੇ। ਜਿਹੜਾ ਤੁਸੀਂ ਪ੍ਰਣ ਕਰ ਲਓਗੇ ਨਾ ਆਪਣੀ ਜ਼ੁਬਾਨ ਤੋਂ, ਆਪਣੀ ਰਸਨਾ ਤੋਂ, ਮੌਤ ਵੀ ਤੁਹਾਡੇ ਪ੍ਰਣ ਨੂੰ ਟਾਲ ਨਹੀਂ ਸਕੇਗੀ। ਔਰ ਇਵੇਂ ਹੀ ਹੋਇਆ। ਇਤਿਹਾਸ ਅਸੀਂ ਜਾਣਦੇ ਹਾਂ ਸੰਗਤ ਜੀ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਬਾਬਾ ਦੀਪ ਸਿੰਘ ਜੀ ਦੀ ਸੇਵਾ ਲਗਾਈ ਕਿ ਜਿਹੜੀ ਹੁਣ ਬਾਣੀ ਅਸੀਂ ਲਿਖਵਾਈ ਹੈ ਇਹਦੇ ਤੁਸੀਂ ਉਤਾਰੇ ਕਰਨੇ ਨੇ ਔਰ ਇਹ ਤਖਤਾਂ ਦੇ ਉੱਤੇ ਭੇਜਣਾ। ਇੱਕ ਤੁਸੀਂ ਹਰਮੰਦਰ ਸਾਹਿਬ ਭੇਜਣਾ ਹੈ ਉਤਾਰਾ ਕਰਕੇ ਪੂਰਾ ਲਿਖ ਕੇ, ਇੱਕ ਤੁਸੀਂ ਅਕਾਲ ਤਖਤ ਸਾਹਿਬ, ਇੱਕ ਪਟਨਾ ਸਾਹਿਬ ਔਰ ਇੱਕ ਆਨੰਦਪੁਰ ਸਾਹਿਬ, ਇੱਥੇ ਤੁਸੀਂ ਇਹ ਉਤਾਰੇ ਕਰਕੇ ਭੇਜਣੇ ਨੇ। ਬਾਬਾ ਦੀਪ ਸਿੰਘ ਜੀ ਸੰਗਤ ਜੀ ਅਰਬੀ, ਫਾਰਸੀ, ਉਰਦੂ, ਸੰਸਕ੍ਰਿਤ ਦੇ ਬੜੇ ਵੱਡੇ ਵਿਦਵਾਨ ਸਨ। ਗੁਰਮੁਖੀ ਦੇ ਤਾਂ ਸਨ ਹੀ ਸਨ, ਬਹੁਤ ਸਾਰੀਆਂ ਭਾਸ਼ਾਵਾਂ ਬਾਬਾ ਜੀ ਨੂੰ ਆਉਂਦੀਆਂ ਸਨ। ਤਾਂ ਬਾਬਾ ਜੀ ਨੇ ਫਿਰ ਉੱਥੇ 11 ਸਾਲ ਜਿਹੜਾ ਹੈ ਇਹ ਬਾਣੀ ਦੇ ਉਤਾਰੇ ਹੀ ਕੀਤੇ ਨੇ। 11 ਸਾਲ ਲਗਾਤਾਰ। ਤੁਸੀਂ ਕਲਪਨਾ ਕਰੋ, ਇੱਕ ਪਹਿਲਾਂ ਬਾਣੀ ਪੜ੍ਹਨੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਵਾਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਸ ਨੂੰ ਪਹਿਲਾਂ ਪੰਕਤੀ ਨੂੰ ਪੜ੍ਹਨਾ, ਫਿਰ ਆਪਣੀ ਜ਼ੁਬਾਨ ਦੇ ਨਾਲ ਬੋਲਣਾ, ਫਿਰ ਲਿਖਣਾ, ਫਿਰ ਉਸ ਨੂੰ ਪੜ੍ਹਨਾ। ਵੀ ਤੁਸੀਂ ਦੇਖੋ ਕਿ ਕਿੰਨੇ ਬਾਣੀ ਬਾਬਾ ਜੀ ਦੇ ਅੰਦਰ ਗਈ ਹੋਵੇਗੀ। ਔਰ ਉੱਥੇ ਆਪ ਜੀ ਬਾਬਾ ਜੀ ਦਾ ਭੋਰੇ ਦੇ ਦਰਸ਼ਨ ਜ਼ਰੂਰ ਕੀਤੇ ਹੋਣਗੇ ਜਿਹੜੇ ਵੀ ਦਮਦਮਾ ਸਾਹਿਬ ਗਈਆਂ ਨੇ ਸੰਗਤਾਂ। ਤੋ ਉੱਥੇ 40 ਸਾਲ ਬਾਬਾ ਜੀ ਨੇ ਬੰਦਗੀ ਕੀਤੀ ਹੈ ਸਥਾਨ ਦੇ ਉੱਤੇ। ਇੱਥੋਂ ਤੱਕ ਰਵਾਇਤ ਚੱਲੀ ਆਉਂਦੀ ਹੈ, ਕਿਹਾ ਜਾਂਦਾ ਹੈ ਕਿ 101 ਪਾਠ ਜਪਜੀ ਸਾਹਿਬ ਦਾ ਬਾਬਾ ਦੀਪ ਸਿੰਘ ਜੀ ਰੋਜ਼ ਅੰਮ੍ਰਿਤ ਵੇਲੇ ਤੋਂ ਉੱਠ ਕੇ ਕਰਿਆ ਕਰਦੇ ਸਨ। ਉਸ ਤੋਂ ਬਾਅਦ ਫਿਰ ਬਾਣੀ ਲਿਖਣੀ। ਔਰ ਫਿਰ ਸਿੱਖਾਂ ਨੂੰ
ਗੁਰਮਤਿ ਦੀ ਟ੍ਰੇਨਿੰਗ ਦਿਆ ਕਰਦੇ ਸਨ। ਗੁਰਮਤਿ ਦੀ ਟ੍ਰੇਨਿੰਗ ਮਤਲਬ ਗੁਰਮਤਿ ਦਾ ਅਭਿਆਸ, ਬਾਣੀ ਦਾ ਅਭਿਆਸ, ਔਰ ਉੱਥੇ ਹੀ ਜਿਹੜਾ ਹੈ ਦਮਦਮੀ ਟਕਸਾਲ ਦਾ ਮੁੱਢ ਵੀ ਉੱਥੇ ਹੀ ਵੱਜਿਆ ਸੀ। ਬਹੁਤ ਵੱਡੀ ਸੇਵਾ ਕੀਤੀ ਹੈ ਬਾਬਾ ਜੀ ਨੇ, ਪੰਥ ਦੀ, ਕੌਮ ਦੀ, ਗੁਰੂ ਦੇ ਵਚਨ ਕਮਾਏ ਨੇ ਬਾਬਾ ਜੀ ਨੇ। 11 ਸਾਲ ਲਗਾਤਾਰ ਕਲਮ ਦਵਾਤ ਲੈ ਕੇ ਜਿਹੜੀ ਹੈ ਬਾਣੀ ਪੜ੍ਹੀ ਜਾਣੀ, ਲਿਖੀ ਜਾਣੀ, ਸੁਣੀ ਜਾਣੀ, ਔਰ ਉਹਦੀ ਫਿਰ ਕਥਾ ਕਰਨੀ, ਉਹਦਾ ਹੀ ਪ੍ਰਚਾਰ ਕਰਨਾ ਗੁਰਬਾਣੀ ਦਾ। ਇੱਕ ਬਾਬਾ ਜੀ ਨੇ ਅਰਬੀ ਭਾਸ਼ਾ ਦੇ ਵਿੱਚ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਤਾਰਾ ਕੀਤਾ, ਜਿਹੜਾ ਕਿ ਅੱਜ ਬਗਦਾਦ ਯੂਨੀਵਰਸਿਟੀ ਵਿੱਚ ਮੌਜੂਦ ਹੈ ਸੰਗਤ ਜੀ, ਬਾਬਾ ਜੀ ਦੇ ਹਸਤ ਲਿਖਤ। ਤਾਂ ਇੱਕ ਜਿਹੜਾ ਅਸੀਂ ਉੱਪਰ ਦੇਖਦੇ ਹਾਂ ਹਰਿਮੰਦਰ ਸਾਹਿਬ ਦੇ ਵਿੱਚ ਉੱਪਰਲੇ ਸਥਾਨ ਦੇ ਉੱਤੇ, ਉਹ ਬਾਬਾ ਜੀ ਦੇ ਹਸਤ ਲਿਖਤ ਜਿਹੜੀ ਬੀੜ ਹੈ, ਉਹ ਸੋਨੇ ਦੀ ਜਿਹੜੀ ਹੈ ਇੰਕ ਦੇ ਵਿੱਚ ਸੋਨਾ ਮਿਲਾ ਕੇ ਬਾਬਾ ਜੀ ਨੇ ਉਹ ਇਸ ਤਰ੍ਹਾਂ ਲਿਖਿਆ ਸੀ। ਕਿੰਨਾ ਪ੍ਰੇਮ ਭਾਵਨਾ ਦੇ ਨਾਲ, ਕਿਤਨਾ ਬਾਬਾ ਜੀ ਦੇ ਬਾਣੀ ਦਾ ਕਿਤਨਾ ਰੰਗ ਚੜਿਆ ਹੋਵੇਗਾ ਸੰਗਤ ਜੀ, ਕਿਤਨਾ ਚੜਿਆ ਹੋਵੇਗਾ ਅਸੀਂ ਕਲਪਨਾ ਨਹੀਂ ਕਰ ਸਕਦੇ। ਇੰਨੇ ਨਾਮ ਦੇ ਰਸੀ ਹੈ ਬਾਬਾ ਜੀ। ਸੋ ਜਦੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਥਾਪੜਾ ਦੇ ਕੇ ਭੇਜਿਆ ਸੀ ਪੰਜਾਬ ਦੇ ਵਿੱਚ, ਆਪਣੇ 5 ਤੀਰ, ਆਪਣੀ ਬਖਸ਼ਿਸ਼ਾਂ ਰਹਿਮਤਾਂ ਦੇ ਕੇ ਭੇਜਿਆ ਸੀ, ਉਦੋਂ ਫਿਰ ਜਦੋਂ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ, ਤਾਂ ਉਹ ਇੱਟ ਖੜਕਾਉਣ ਵਾਲਿਆਂ ਵਿੱਚ ਬਾਬਾ ਦੀਪ ਸਿੰਘ ਜੀ ਵੀ ਸ਼ਾਮਲ ਸਨ, ਔਰ ਉਸ ਵਿੱਚ ਬਾਬਾ ਜੀ ਦਾ ਇੱਕ ਦੰਦ ਵੀ ਚਲਾ ਗਿਆ ਸੀ, ਔਰ ਜਿੰਦਾ ਸ਼ਹੀਦਾ ਬਾਬਾ ਜੀ ਨੂੰ ਦਰਜਾ ਦਿੱਤਾ ਗਿਆ ਸੀ ਸਿੱਖਾਂ ਵੱਲੋਂ, ਸਿੱਖ ਕੌਮ ਵੱਲੋਂ। ਜਦੋਂ ਕੌਮ ਤੇ ਭੀੜ ਪੈਂਦੀ ਉਦੋਂ ਬਾਬਾ ਜੀ ਆਪਣਾ ਜਿਹੜਾ ਹੈ ਖੰਡਾ ਵੀ ਖੜਕਾਉਂਦੇ, ਬਾਕੀ ਨਾਮ ਬਾਣੀ ਦੇ ਵਿੱਚ ਰੰਗੇ ਹੋਏ ਬਾਬਾ ਜੀ ਦੀ ਰੂਹ, ਬਾਬਾ ਜੀ ਦੀ ਜਿੰਦ ਜਾਨ ਪ੍ਰਾਣ ਨਾਮ ਦੇ ਰੰਗ ਵਿੱਚ ਰੰਗੇ ਹੋਏ ਸੰਗਤ ਜੀ। ਨਤਮਸਤਕ ਹੁੰਦੇ ਹਾਂ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ। ਇਹੋ ਜਿਹਾ ਗੁਰਸਿੱਖਾਂ ਨੂੰ ਬਾਰੰਬਾਰ ਨਮਸਕਾਰਾਂ, ਬਾਰੰਬਾਰ ਨਮਸਕਾਰਾਂ। ਇੱਧਰ ਜੋ ਹੈ ਸਿੱਖਾਂ ਦੇ 63 ਜੱਥੇ ਬਣ ਚੁੱਕੇ ਸਨ 1740 ਦੇ ਵਿੱਚ, ਇੰਨਾ ਵੰਡੀਆਂ ਪੈ ਗਈਆਂ ਸਨ ਸਿੱਖਾਂ ਦੇ ਵਿੱਚ। ਫਿਰ ਇਹ ਅਕਾਲ ਤਖਤ ਤੇ ਸਾਰੇ ਇਕੱਠੇ ਹੋਏ ਨੇ, ਇਹ ਸਾਰੇ ਫਿਰ ਜੱਥੇ ਜਿਹੜੇ ਨੇ ਜਥੇਬੰਦੀਆਂ ਭੰਗ ਕੀਤੀਆਂ ਗਈਆਂ, 12 ਮਿਸਲਾਂ ਬਣਾਈਆਂ ਗਈਆਂ। ਤੋ 12 ਮਿਸਲਾਂ ਦੇ ਵਿੱਚ ਇੱਕ ਮਿਸਲ ਦੇ ਜਥੇਦਾਰ ਬਾਬਾ ਜੀ ਨੂੰ, ਜਿਹੜੀ ਸ਼ਹੀਦਾਂ ਦੀ ਮਿਸਲ ਹੈ ਉਹਦੇ ਬਾਬਾ ਜੀ ਨੂੰ ਜਥੇਦਾਰ ਥਾਪਿਆ ਗਿਆ। ਉਹ ਇੱਧਰ ਬਠਿੰਡੇ ਵਾਲਾ ਏਰੀਆ, ਸਤਲੁਜ ਵਾਲਾ, ਉੱਧਰ ਸਾਰਾ ਕਿਹਾ ਕਿ ਇੱਧਰ ਦੀ ਦੇਖ ਰੇਖ ਤੁਸੀਂ ਕਰਨੀ ਹੈ, ਸਿੱਖਾਂ ਦੀ ਹਿਫਾਜ਼ਤ ਵੀ, ਗੁਰਸਿੱਖੀ ਦਾ ਪ੍ਰਚਾਰ ਵੀ। ਸੁਮੇ ਬਾਬਾ ਜੀ ਆਪਣੀ ਸੇਵਾ ਜਿਹੜੀ ਨਿਭਾਉਂਦੇ ਰਹੇ। ਤੋ ਇੱਧਰ ਅਹਿਮਦ ਸ਼ਾਹ ਜੋ ਅਬਦਾਲੀ ਹੈ, ਇਹ ਹਿੰਦੁਸਤਾਨ ਦੀ ਧਨ ਮਾਲ, ਔਰਤ, ਬਹੂ ਬੇਟੀਆਂ ਨੂੰ ਲੁੱਟ ਲੁੱਟ ਕੇ ਲੈ ਕੇ ਜਾਂਦਾ ਰਿਹਾ। ਜਿਹੜੇ ਸਿੱਖ ਸਨ ਇਹ ਗੁਰਿੱਲਾ ਯੁੱਧ ਕਰਦੇ ਸਨ, ਤਾਂ ਫਿਰ ਇਹ ਅਟੈਕ ਕਰਕੇ ਉਹਦੇ ਕੋਲੇ ਖੋਹ ਲੈਂਦੇ ਸਨ। ਇਹ ਅਬਦਾਲੀ ਨੇ ਕਿਹਾ ਵੀ ਇਹ ਕੌਣ ਲੋਕ ਨੇ? ਮੈਂ ਕਾਬਲ ਤੋਂ ਜਦੋਂ ਤੁਰਦਾ ਹੈ ਨਾ, ਦਿੱਲੀ ਦੀਆਂ ਦੀਵਾਰਾਂ ਥਰ ਥਰ ਕੰਬਣ ਲੱਗ ਜਾਂਦੀਆਂ ਨੇ, ਔਰ ਹਿੰਦੁਸਤਾਨ ਦੇ ਲੋਕ ਮੇਰਾ ਨਾਮ ਸੁਣ ਕੇ ਥਰ ਥਰ ਕੰਬਦੇ ਨੇ, ਪਰ ਇਹ ਕੌਣ ਨੇ ਜਿਹੜੇ ਮੈਨੂੰ ਲੁੱਟ ਲੈਂਦੇ ਨੇ? ਇਹਨੂੰ ਦੱਸਿਆ ਗਿਆ ਵੀ ਇਹ ਸਿੰਘ ਨੇ, ਇਹ ਸਿੱਖ ਲੋਕ ਨੇ ਜਿਹੜੇ ਤੈਨੂੰ ਲੁੱਟ ਲੈਂਦੇ ਨੇ। ਕਿਹਾ ਸਾਰਾ ਹਿੰਦੁਸਤਾਨ ਮੇਰੇ ਤੋਂ ਥਰ ਥਰ ਕੰਬੇ, ਦਿੱਲੀ ਦੀਆਂ ਦੀਵਾਰਾਂ ਮੇਰਾ ਨਾਮ ਸੁਣ ਕੇ ਕੰਬ ਜਾਣ, ਇਹ ਮੈਨੂੰ ਕਿਵੇਂ ਲੁੱਟ ਲੈਂਦੇ ਨੇ? ਇਹਨਾਂ ਪਾਸੇ ਇੰਨੀ ਸ਼ਕਤੀ ਕਿੱਥੋਂ? ਉਹ ਦੱਸਿਆ ਫਿਰ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਗੁਰੂ ਜਿਹੜਾ ਨਾ ਉਹ ਸ਼ਕਤੀ ਇਹਨਾਂ ਨੂੰ ਦਿੰਦਾ, ਇਹਨੇ ਗੁਰਬਾਣੀ ਇਹਨਾਂ ਨੂੰ ਸ਼ਕਤੀ ਦਿੰਦੀ, ਇਹਨਾਂ ਦਾ ਹਰਮੰਦਰ ਇਹਨਾਂ ਨੂੰ ਸ਼ਕਤੀ ਦਿੰਦਾ। ਸੋ ਉਹਨਾਂ ਨੇ ਕਿਹਾ ਵੀ ਮੁਰਸ਼ਦ ਇਨਕਾ ਬਲੀ ਪਏ ਹੋ, ਇਨਕੋ ਆਬੇ ਹਯਾਤ ਦਿਓ ਹੈ। ਇਹਨਾਂ ਦਾ ਜਿਹੜਾ ਮੁਰਸ਼ਦ ਹੈ ਨਾ ਗੁਰੂ, ਉਹਨਾਂ ਨੇ ਇਹਨੂੰ ਅੰਮ੍ਰਿਤ ਦੀ ਇਹਨਾਂ ਨੂੰ ਦਾਤ ਦਿੱਤੀ ਹੋਈ ਆ ਸਿੱਖਾਂ ਨੂੰ। ਔਰ ਹੋਰ ਵੀ ਜਿਹੜਾ ਅੰਮ੍ਰਿਤ ਹੈ ਗੁਰਬਾਣੀ ਵਿੱਚੋਂ ਅੰਮ੍ਰਿਤ ਇਹ ਲੈਂਦੇ ਨੇ, ਹਰਿਮੰਦਰ ਸਾਹਿਬ ਤੋਂ ਲੈ ਲੈਂਦੇ ਨੇ ਆ ਕੇ ਇਹ। ਤਾਂ ਉਹਨਾਂ ਨੇ ਕਿਹਾ ਪਰ ਆਰਡਰ ਕਰ ਦਿੱਤਾ ਉਹਨੇ ਕਿ ਇਹਨਾਂ ਦਾ ਪੂਰ ਦਿਓ ਹਰਮੰਦਰ, ਜਿੱਥੇ ਇਕੱਠੇ ਹੋ ਕੇ ਨਾ ਇਹ ਜਿਹੜਾ ਹੈ ਸ਼ਕਤੀ ਲੈਂਦੇ ਨੇ, ਇਹਨਾਂ ਦਾ ਪੂਰ ਦਿਓ ਹਰਮੰਦਰ। ਸੋ ਲਾਹੌਰ ਦਾ ਗਵਰਨਰ ਉਹਨੇ ਆਪਣੇ ਪੁੱਤਰ ਨੂੰ ਬਣਾਇਆ, ਤੈਮੂਰ ਨੂੰ, ਔਰ ਅੰਮ੍ਰਿਤਸਰ ਦਾ ਬਣਾਇਆ ਜਹਾਨ ਖਾਨ ਨੂੰ। ਇਹ ਦੋਨਾਂ ਨੇ ਫਿਰ ਜਿਹੜਾ ਅੰਮ੍ਰਿਤਸਰ ਦਾ ਸੀ ਜਹਾਨ ਖਾਨ, ਇਹਨੇ ਫਿਰ ਹਰਮੰਦਰ ਸਾਹਿਬ ਨੂੰ ਪੂਰਿਆ, ਬਹੁਤ ਬੇਅਦਬੀ ਕੀਤੀ, ਢਾਇਆ ਗਿਆ, ਔਰ ਕਹਿੰਦੇ ਨੇ ਗਾਵਾਂ ਦਾ ਵੀ ਕਤਲੇਆਮ ਕਰਕੇ ਸਰੋਵਰ ਦੇ ਵਿੱਚ ਸੁੱਟਿਆ ਗਿਆ, ਬਹੁਤ ਬੇਅਦਬੀ ਕੀਤੀ। ਕੁਝ ਸਿੱਖਾਂ ਨੂੰ ਪਤਾ ਚੱਲਿਆ, ਭਾਈ ਗੁਰਬਖਸ਼ ਸਿੰਘ ਜੀ 31 ਸਿੱਖ ਸਨ, ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਔਰ ਸ਼ਹੀਦੀਆਂ ਪਾ ਗਏ। ਇੱਕ ਸਿੱਖ ਫਿਰ ਜਿਹੜਾ ਹੈ ਉਹ ਬਾਬਾ ਦੀਪ ਸਿੰਘ ਜੀ ਦੇ ਪਾਸ ਪਹੁੰਚਿਆ, ਸਾਬੋ ਕੀ ਤਲਵੰਡੀ,
ਜਾ ਕੇ ਬਾਬਾ ਜੀ ਨੂੰ ਸਾਰਾ ਦੱਸਿਆ ਕਿ ਬਾਬਾ ਜੀ ਇਵੇਂ ਹਰਿਮੰਦਰ ਸਾਹਿਬ ਦੀ ਬੇਅਦਬੀ ਜਿਹੜੀ ਹੋਈ ਹੈ। ਬਾਬਾ ਜੀ ਨੇ ਕਿਹਾ ਕਿ ਉਹ ਸਿੱਖਾ, ਅਗਰ ਤੇਰੇ ਹਰਿਮੰਦਰ ਦੀ ਬੇਅਦਬੀ ਹੋਈ ਹੈ, ਤੂੰ ਇੱਥੇ ਕੀ ਕਰਦਾ, ਤੂੰ ਕਿਉਂ ਨਹੀਂ ਸ਼ਹੀਦੀ ਪਾ ਗਿਆ? ਉਹਨੇ ਕਿਹਾ ਬਾਬਾ ਜੀ 31 ਸਿੰਘ ਉੱਥੇ ਸ਼ਹੀਦੀਆਂ ਪਾ ਚੁੱਕੇ ਨੇ, ਮੇਰਾ ਵੀ ਇਹੀ ਮਨ ਸੀ ਮੈਂ ਸ਼ਹੀਦੀ ਪਾ ਜਾਵਾਂ, ਲੇਕਿਨ ਮੈਂ ਅਗਰ ਸ਼ਹੀਦੀ ਪਾ ਜਾਂਦਾ ਤੁਹਾਡੇ ਤੱਕ ਖਬਰਾਂ ਕੌਣ ਪਹੁੰਚਾਉਂਦਾ, ਸੁਨੇਹੇ ਕੌਣ ਦਿੰਦਾ? ਬਾਬਾ ਜੀ ਫਿਰ ਸ਼ਾਂਤ ਹੋਏ। ਬਾਬਾ ਜੀ ਨੇ ਫਿਰ ਪਿੰਡੋਂ ਪਿੰਡ ਸੁਨੇਹੇ ਭੇਜ ਦਿੱਤੇ ਕਿ ਆ ਜਾਓ ਜਿਸਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣਾ ਹੈ। ਉਹ ਨਾ ਆਇਓ ਜਿਸ ਨੂੰ ਆਪਣੀ ਜਾਨ ਪਿਆਰੀ ਹੈ, ਬਸ ਉਹੀ ਆਇਓ ਜਿਸ ਨੂੰ ਆਪਣਾ ਗੁਰੂ ਪਿਆਰਾ ਹੈ। ਤੋ ਬਾਬਾ ਜੀ ਆਪ ਕੁਝ ਸਿੱਖਾਂ ਨੂੰ ਲੈ ਕੇ ਅਰਦਾਸਾਂ ਸੋਧ ਕੇ ਉੱਥੋਂ ਚੱਲ ਪਏ ਨੇ। ਉਹ ਬਾਬਾ ਜੀ ਦਾ ਇੱਕ ਸੁਨੇਹਾ ਜਾਣਾ, ਇਤਨਾ ਕੌਮ ਬਾਬਾ ਜੀ ਦਾ ਸਤਿਕਾਰ ਕਰਦੀ ਸੀ, ਇਤਨਾ ਬਾਬਾ ਜੀ ਦੇ ਬਚਨਾਂ ਦੇ ਉੱਤੇ ਭਰੋਸਾ ਸੀ ਸਾਰਿਆਂ ਨੂੰ ਕਿ ਤਰਨ ਤਾਰਨ ਸਾਹਿਬ ਤੱਕ ਪਹੁੰਚਦਿਆਂ 5000 ਸਿੱਖ ਬਾਬਾ ਜੀ ਦੇ ਪਾਸ ਪਹੁੰਚ ਚੁੱਕੇ ਸਨ। ਬਾਬਾ ਜੀ ਨੇ ਗੁਰਦੁਆਰਾ ਲਕੀਰ ਸਾਹਿਬ ਹੈ ਜਿਹੜਾ, ਉੱਥੇ ਅਰਦਾਸ ਕੀਤੀ, ਤਰਨ ਤਾਰਨ ਸਾਹਿਬ ਇਸ਼ਨਾਨ ਕਰਕੇ ਅਰਦਾਸ ਕੀਤੀ ਕਿ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਹਰਿਮੰਦਰ ਸਾਹਿਬ ਜੀ ਨੂੰ ਆਜ਼ਾਦ ਕਰਾਵਾਂਗੇ ਔਰ ਆਪਣਾ ਸੀਸ ਜੋ ਹੈ ਮੈਂ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਭੇਟਾ ਕਰਾਂ। ਔਰ ਜਿੱਥੇ ਲਕੀਰ ਸਾਹਿਬ ਗੁਰਦੁਆਰਾ ਹੈ ਸੰਗਤ ਜੀ, ਬਾਬਾ ਜੀ ਨੇ ਲਕੀਰ ਪਾ ਦਿੱਤੀ ਸੀ ਜਦੋਂ 5000 ਸਿੱਖ ਇਕੱਠੇ ਹੋ ਗਏ ਸਨ, ਲਕੀਰ ਖਿੱਚ ਦਿੱਤੀ ਕਿ ਹਾਂ ਜਿਸਨੇ ਸ਼ਹੀਦੀਆਂ ਪਾਣੀਆਂ ਨੇ ਉਹੀ ਲਕੀਰ ਨੂੰ ਕ੍ਰਾਸ ਕਰਕੇ ਅੱਗੇ ਆਇਓ, ਜਿਸ ਨੂੰ ਜਾਨਾਂ ਪਿਆਰੀਆਂ ਨੇ, ਪਰਿਵਾਰ ਦਾ ਮੋਹ ਹੈ, ਵਾਪਸ ਮੁੜ ਜਾਓ। ਔਰ ਕਹਿੰਦੇ ਨੇ 5000 ਦਾ 5000 ਸਿੱਖ ਛਾਲਾ ਮਾਰ ਮਾਰ ਕੇ ਇੱਕ ਦੂਸਰੇ ਤੋਂ ਪਹਿਲਾਂ ਪਹਿਲਾਂ ਕੁੱਦ ਕੁੱਦ ਕੇ ਲਕੀਰ ਨੂੰ ਕ੍ਰਾਸ ਕੀਤੀ। ਸਾਨੂੰ ਆਪਣੇ ਗੁਰੂ ਨਾਲ ਪ੍ਰੇਮ ਹੈ, ਅਸੀਂ ਆਪਣੀਆਂ ਸ਼ਹੀਦੀਆਂ ਦੇਣੀਆਂ ਨੇ, ਸਾਨੂੰ ਜਾਨਾਂ ਪਿਆਰੀਆਂ ਨਹੀਂ, ਪਰਿਵਾਰਾਂ ਦਾ ਮੋਹ ਨਹੀਂ ਸਾਨੂੰ ਸਤਾਰਿਆ। ਸੋ ਉੱਥੋਂ ਫਿਰ ਅਰਦਾਸਾਂ ਸੋਧ ਕੇ ਬਾਬਾ ਜੀ ਤੁਰੇ ਨੇ। ਤਾਂ ਬੜਾ ਸੋਹਣਾ ਇੱਕ ਵਿਦਵਾਨ ਨੇ ਲਿਖਿਆ ਹੈ, ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਸਿੱਖੀ ਸਿਦਕ ਨੂੰ ਦਾਗ ਨਾ ਲਾਵਾਂਗਾ ਮੈਂ, ਕੜਾਹ ਪ੍ਰਸ਼ਾਦ ਗੁਰੂ ਘਰ ਚੜਾਉਣ ਲੋਕੀ ਐ ਪਰ ਸੀਸ ਪ੍ਰਸ਼ਾਦ ਚੜਾਵਾਂਗਾ ਮੈਂ। ਕਿ ਮਹਾਰਾਜ ਜੀ ਆਪਣਾ ਸੀਸ ਤਾਂ ਭੇਟਾ ਕਰ ਦਾਂਗਾ, ਲੇਕਿਨ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾ ਕੇ ਹੀ ਰਹਾਂਗੇ। ਤੇ ਲਿਖਿਆ ਸੀਸ ਸੁਧਾ ਕਰ ਹੇਤਕਾਰ ਦੇਵਾਂਗੇ ਹਮ ਜਾਏ, ਅਰਦਾਸਾ ਕਰ ਤੁਰ ਪੈ ਸਿੰਘ ਜੀ ਫਤਿਹ ਬੁਲਾਏ। ਅਰਦਾਸਾ ਤੁਰ ਕਰਕੇ ਬਾਬਾ ਜੀ ਚੱਲ ਪਏ ਨੇ 5000 ਸਿੱਖਾਂ ਨੂੰ ਲੈ ਕੇ। ਔਰ ਉਧਰ ਵੀ ਪਤਾ ਚੱਲ ਗਿਆ ਕਿ ਬਾਬਾ ਦੀਪ ਸਿੰਘ ਜੀ ਸਿੱਖਾਂ ਨੂੰ ਲੈ ਕੇ ਜਿਹੜਾ ਹੈ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਲਈ ਤੁਰ ਪਏ ਨੇ। ਫਿਰ ਇਹਨੂੰ ਇਕਾਈ ਖਾਨ ਨੂੰ, ਜਿਹੜਾ ਜਹਾਨ ਖਾਂ ਹੈ ਅੰਮ੍ਰਿਤਸਰ ਦਾ, ਇਹਨੂੰ ਕਿਹਾ ਤੁਸੀਂ ਮੁਕਾਬਲਾ ਕਰੋ ਜਦ ਤੱਕ ਅਸੀਂ ਪਿੱਛੋਂ ਲਾਹੌਰ ਤੋਂ ਹੋਰ ਜਿਹੜੀ ਹੈ ਸੈਨਾ ਭੇਜਾਂਗੇ। ਤਾਂ ਇੱਧਰ 5000 ਸਿੱਖ ਨੇ, ਉਧਰ 7000 ਨੇ, ਉਹ ਜਿਹੜਾ ਜਹਾਨ ਖਾਂ ਹੈ। ਸੋ ਡਟ ਕੇ ਜੰਗੇ ਮੈਦਾਨ ਦੇ ਵਿੱਚ ਮੁਕਾਬਲਾ ਹੋਇਆ ਔਰ ਬਾਬਾ ਜੀ ਨੇ ਉੱਥੇ ਕਿਹਾ ਵੀ ਇਹ ਉਹੀ ਹੈ ਜਿਸ ਨੇ ਤੁਹਾਡੇ ਹਰਿਮੰਦਰ ਸਾਹਿਬ ਨੂੰ ਜਿਹੜਾ ਹੈ ਪੂਰਿਆ ਹੈ। ਜਦੋਂ ਇੱਕ ਸਿੱਖ ਨੇ ਸੁਣਿਆ, ਇੰਨਾ ਰੋਹ ਉਸ ਦੇ ਵਿੱਚ ਆਇਆ ਕਿ ਉਹ ਘੋੜੇ ਨੂੰ ਤੇਜ਼ ਦੌੜਾਇਆ ਔਰ ਇਹ ਹਾਥੀ ਦੇ ਉੱਤੇ ਸੀ ਜਹਾਨ ਖਾਂ, ਤੇ ਦੌੜਾ ਕੇ ਉਹਦੇ ਹਾਥੀ ਦੇ ਅੱਗੇ ਘੋੜਾ ਉਛਾਲਿਆ ਔਰ ਇੱਕੋ ਵਾਰ ਦੇ ਨਾਲ ਉਹਦਾ ਸਿਰ ਲਾ ਕੇ ਰੱਖ ਦਿੱਤਾ। ਹੁਣ ਉਹਨਾਂ ਦਾ ਜਰਨੈਲ ਹੀ ਮਰ ਗਿਆ। ਤਾਂ ਉਹ ਜਿਹੜੇ ਆ ਉਹਨਾਂ ਦੇ ਸਿਪਾਹੀ ਭੱਜਣੇ ਸ਼ੁਰੂ ਹੋ ਗਏ। ਇੱਧਰ ਸਿੱਖਾਂ ਨੂੰ ਸੋਚਿਆ ਕਿ ਸਾਡੀ ਫਤਿਹ ਹੋ ਗਈ, ਫਤਿਹ ਦੇ ਜੈਕਾਰੇ ਗੁੰਜਾਣੇ ਸ਼ੁਰੂ ਕਰ ਦਿੱਤੇ। ਸੋ 1000 ਸਿੱਖ ਵੀ ਸ਼ਹੀਦੀਆਂ ਇਹਦੇ ਵਿੱਚ ਪਾ ਚੁੱਕੇ ਨੇ 5000 ਦੇ ਵਿੱਚੋਂ। ਉਹਨਾਂ ਦੇ ਵੀ 2-2500 ਜਿਹੜੀਆਂ 7000 ਵਿੱਚੋਂ ਸ਼ਹੀਦੀਆਂ ਪਾ ਗਏ ਨੇ। ਤੇ ਸਿੱਖਾਂ ਨੇ ਸੋਚਿਆ ਸਾਡੀ ਫਤਿਹ ਹੋ ਗਈ ਆ, ਫਤਿਹ ਦੇ ਜੈਕਾਰੇ ਜਿਹੜੇ ਗੁੰਜਣੇ ਸ਼ੁਰੂ ਹੋ ਗਏ। ਪਰ ਸਿੱਖਾਂ ਨੂੰ ਨਹੀਂ ਸੀ ਪਤਾ ਕਿ ਜਿਹੜਾ ਜਮਾਲ ਖਾਂ ਹੈ ਲਾਹੌਰ ਤੋਂ 20000 ਹੋਰ ਜਿਹੜੀ ਸੈਨਾ ਲੈ ਕੇ ਚੱਲਿਆ ਆ ਰਿਹਾ ਹੈ। ਜਾਨੂੰ ਅਲੀ ਅਲੀ ਕਰਦਿਆਂ 20000 ਜਿਹੜੀ ਆ ਉੱਥੇ ਉਹਨਾਂ ਦੀ ਫੌਜ ਹੋਰ ਪਹੁੰਚ ਗਈ ਹੈ। ਹੁਣ ਇੱਧਰ ਕੇਵਲ ਸਿੱਖ 4000 ਨੇ ਔਰ 20000 ਹੋਰ ਆ ਗਈ ਹੈ। 2500-3000 ਉਹਨਾਂ ਦੀ ਪਹਿਲਾਂ ਹੈ। ਤਕਰੀਬਨ 23,000 ਉਧਰ ਸੈਨਾ, ਇੱਧਰ 4000 ਸਿੱਖ ਨੇ। ਸੋ ਡਟ ਕੇ ਉੱਥੇ ਮੁਕਾਬਲਾ ਸ਼ੁਰੂ ਹੋਇਆ। ਉਹ ਜਿਹੜਾ ਜਮਾਲ ਖਾਂ ਹੈ ਉਹ ਬਾਬਾ ਦੀਪ ਸਿੰਘ ਜੀ ਨੂੰ ਕਹਿੰਦਾ, ਛੱਡ ਇਹਨਾਂ ਨੂੰ, ਅਸੀਂ ਕੀ ਲੜਾਣਾ ਆਪਸ ਦੇ ਵਿੱਚ, ਤੂੰ ਅਤੇ ਮੈਂ ਦੋਨੋਂ ਜਰਨੈਲ ਮੁਕਾਬਲਾ ਕਰਦੇ। ਸੋ ਜਿਹੜਾ ਜਿੱਤ ਗਿਆ ਹਰਿਮੰਦਰ ਉਸਦਾ, ਫਤਿਹ ਉਸਦੀ ਗਿਣੀ ਜਾਵੇਗੀ। ਤੋ ਬਾਬਾ ਜੀ ਨੇ ਵੀ ਕਿਹਾ ਠੀਕ ਹੈ, ਲੇਕਿਨ ਉਹ ਜਿਹੜਾ ਜਮਾਲ ਖਾਂ ਸੀ ਨਾ, ਉਹਦੇ ਨਾਲ ਇੱਕ ਗੁਪਤ ਰੂਪ ਵਿੱਚ ਕਾਜੀ ਵੀ ਰਹਿੰਦਾ ਸੀ। ਉਹ ਵੀ ਬੰਦਗੀ ਵਾਲਾ ਸੀ, ਅਜ਼ਮਤ ਵਾਲਾ ਸੀ। ਤੋ ਕਾਜੀ ਨੇ ਕਿਹਾ ਵੀ ਇਹ ਤੂੰ ਕੀ ਕੀਤਾ, ਤੇਰੇ ਕੋਲ ਐਡੀ ਭਾਰੀ ਫੌਜ ਸੀ, ਤੂੰ ਡਟ ਕੇ ਮੁਕਾਬਲਾ ਕਰਦੇ, ਤੂੰ ਕਿਉਂ ਇਹ ਸਾਹਮਣੇ ਜਰਨੈਲ ਨੂੰ ਜਿਹੜਾ ਹੈ ਬਾਬਾ ਦੀਪ ਸਿੰਘ ਨੂੰ ਕਿਉਂ ਵੰਗਾਰ ਪਾ ਦਿੱਤੀ? ਉਹਨੇ ਕਿਹਾ ਮੈਂ 33-34 ਸਾਲਾਂ ਦਾ ਨੌਜਵਾਨ ਗੱਭਰੂ, ਇਹ 75-76 ਸਾਲਾਂ ਦਾ ਬਿਰਧ। ਬਾਬਾ ਜੀ ਦਾ ਚਿੱਟਾ ਦਾੜਾ ਸੰਗਤ, ਸੁਰਖ ਲਾਲ ਗਦ ਗਦ ਕੇ ਕਰਦਾ ਚਿਹਰਾ,
ਤੇ ਉਹਨੂੰ ਲੱਗਿਆ ਵੀ ਇਹ ਬਿਰਧ ਹੈ 75-76 ਸਾਲਾਂ ਦਾ, ਮੈਂ 32-33 ਸਾਲਾਂ ਦਾ ਗੱਭਰੂ ਜਵਾਨ। ਉਹਨੇ ਕਿਹਾ ਮੈਂ ਤਾਂ ਇੱਕੋ ਵਾਰ 'ਚ ਇਹਨੂੰ ਖਤਮ ਕਰ ਦੇਣਾ, ਇਹ ਬਿਰਧ ਹੈ, ਮੈਂ ਜਵਾਨ ਹਾਂ। ਤਾਂ ਉਸਦੇ ਗੁਪਤ ਰੂਪ ਵਿੱਚ ਕਾਜੀ ਨੇ ਕਿਹਾ ਤੈਨੂੰ ਬੜਾ ਵੱਡਾ ਭੁਲੇਖਾ ਹੈ, ਤੂੰ ਇਹਦੇ ਬਿਰਧ ਸਰੀਰ ਤੇ ਨਾ ਜਾ, ਇਹਦੀ ਕਮਾਈ ਕਰਨੀ, ਕਮਾਈ ਬਹੁਤ ਹੈ ਔਰ ਪਤਾ ਹੈ। ਉਹਨੇ ਕਿਹਾ ਕੋਈ ਗੱਲ ਨਹੀਂ, ਮੇਰੇ ਨਾਲ ਤੂੰ ਜੋ ਖੜਾ ਹੈ ਨਾਲ। ਉਹਨੇ ਕਿਹਾ ਤੇਰੇ ਨਾਲ ਤਾਂ ਮੈਂ ਖੜਾ ਹਾਂ ਬਿਲਕੁਲ, ਕਾਜੀ ਨੇ ਕਿਹਾ, ਪਰ ਇਹਦੇ ਨਾਲ ਜਿਹੜੀਆਂ ਸ਼ਕਤੀਆਂ ਖੜੀਆਂ ਨੇ ਨਾ, ਉਹਦੇ ਨਾਲ ਉਹਨਾਂ ਅੱਗੇ ਮੇਰਾ ਜ਼ੋਰ ਨਹੀਂ ਚੱਲਣਾ। ਪੁੱਛਿਆ ਇਹਦੇ ਨਾਲ ਕੌਣ ਖੜਾ ਹੈ? ਇਹਨੇ ਕਿਹਾ ਇਹਦੇ ਨਾਲ ਇਹਦੇ ਦੱਸੋ ਗੁਰੂ ਪਾਤਸ਼ਾਹ ਦੀ ਸ਼ਕਤੀ ਨਾਲ ਖੜੀ ਹੈ। ਪਰ ਹੁਣ ਜਰਨੈਲ ਸੀ, ਵੰਗਾਰ ਕਰ ਚੁੱਕਾ ਸੀ। ਹੁਣ ਦੋਨੋਂ ਜੰਗੇ ਮੈਦਾਨ ਦੇ ਵਿੱਚ ਯੋਧੇ ਜਿਹੜੇ ਨੇ, ਦੋਨੋਂ ਜਰਨੈਲ ਜਿਹੜਾ ਡਟ ਕੇ ਮੁਕਾਬਲਾ ਹੋਇਆ, ਦੋਨਾਂ ਜਰਨੈਲਾਂ ਦਾ ਸਾਂਝਾ ਵਾਰ ਹੋਇਆ। ਉਧਰ ਧੰਨ ਬਾਬਾ ਦੀਪ ਸਿੰਘ ਜੀ, ਉਧਰ ਜਮਾਲ ਖਾਂ ਜਿਹੜਾ ਹੈ, ਦੋਨਾਂ ਦੇ ਜਿਹੜੇ ਨੇ ਸੀਸ ਕੱਟੇ ਗਏ। ਸਾਹਮਣੇ ਵਾਲੇ ਦਾ ਸੀਸ ਵੀ ਗਿਰਿਆ, ਧੜ ਵੀ ਗਿਰਿਆ, ਬਾਬਾ ਜੀ ਦਾ ਧੜ ਖੜਾ ਹੈ, ਸੀਸ ਗਿਰ ਗਿਆ। ਤੋ ਜੋੜਾ ਸਾਬੋ ਕੀ ਤਲਵੰਡੀ ਤੋਂ ਸਿੱਖ ਨਾਲ ਚੱਲੇ ਆ ਰਿਹਾ ਹੈ। ਉਹਨੇ ਕਿਹਾ ਬਾਬਾ ਦੀਪ ਸਿੰਘ ਜੀ, ਤੁਸੀਂ ਤਾਂ ਅਰਦਾਸਾ ਸੋਧਿਆ ਸੀ, ਪ੍ਰਣ ਕੀਤਾ ਸੀ, ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਹਰਮੰਦਰ ਸਾਹਿਬ ਜੀ ਨੂੰ ਆਜ਼ਾਦ ਕਰਾਵਾਂਗੇ, ਆਪਣਾ ਸੀਸ ਤੁਹਾਡੇ ਚਰਨਾਂ ਵਿੱਚ ਅਰਪਣ ਕਰਾਂਗੇ। ਬਾਬਾ ਜੀ ਸੀਸ ਇੱਥੇ ਹੀ ਅਰਪਣ, ਹਾਲੇ ਤਾਂ ਫਤਿਹ ਵੀ ਨਹੀਂ ਹੋਈ। ਬਾਬਾ ਜੀ ਉਸੇ ਵਕਤ ਸੀਸ ਆਪਣੀ ਖੱਬੀ ਹਥੇਲੀ ਦੇ ਉੱਤੇ ਟਿਕਾਇਆ ਔਰ ਸੱਜੇ ਹੱਥ ਵਿੱਚ 18 ਸੇਰ ਦਾ ਜਿਹੜਾ ਖੰਡਾ ਹੈ ਉਹ ਖੜਕਾਉਂਦਿਆਂ ਖੜਕਾਉਂਦਿਆਂ ਜੰਗ ਕਰਦੇ ਚਲੇ ਜਾ ਰਹੇ ਨੇ। ਮੁਗਲਾਂ ਨੂੰ ਭਾਜਣਾ ਪੈ ਗਈਆਂ। ਇਹ ਕੀ, ਉਹਨਾਂ ਦੇ ਤਾਂ ਮੁਰਦੇ ਵੀ ਉੱਠ ਉੱਠ ਕੇ ਲੜ ਰਹੇ ਨੇ। ਉਹ ਜਿਹੜੀ ਐਡੀ ਭਾਰੀ ਉਹਨਾਂ ਦੀ ਫੌਜ ਸੀਗੀ, ਉਹ ਸਾਰੀ ਭੱਜਣੀ ਸ਼ੁਰੂ ਹੋ ਗਈ। ਫਤਿਹ ਬਾਬਾ ਜੀ ਦੀ ਹੋਈ, ਫਤਿਹ ਸੱਚਾਈ ਦੀ ਹੋਈ, ਫਤਿਹ ਹੋਈ ਵਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ ਦੀ ਹੋਈ। ਫਤਿਹ ਹੋਈ ਜਿਹੜਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ, ਬਾਬਾ ਦੀਪ ਸਿੰਘ ਜੀ ਤੁਸੀਂ ਜਿਹੜੀ ਆਪਣੀ ਰਸਨਾ ਤੋਂ ਪ੍ਰਣ ਕਰ ਲਓਗੇ, ਮੌਤ ਵੀ ਤੁਹਾਡੇ ਪ੍ਰਣ ਨੂੰ ਟਾਲ ਨਹੀਂ ਸਕੇਗੀ। ਸੋ ਬਾਬਾ ਜੀ ਨੇ ਪ੍ਰਣ ਕੀਤਾ ਸੀ, ਹਰਿਮੰਦਰ ਸਾਹਿਬ ਆਜ਼ਾਦ ਕਰਾਵਾਂਗੇ ਔਰ ਆਪਣਾ ਸੀਸ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਪਣ ਕਰਾਂਗੇ। ਧੰਨ ਬਾਬਾ ਦੀਪ ਸਿੰਘ ਜੀ ਆਪਣਾ ਸੀਸ ਹਥੇਲੀ ਤੇ ਲੈ ਕੇ ਤੁਰ ਪਏ ਨੇ ਹਰਿਮੰਦਰ ਸਾਹਿਬ ਵੱਲ ਨੂੰ। ਸੋ ਆਪ ਜੀ ਉੱਥੇ ਪਰਿਕਰਮਾ ਦੇ ਵਿੱਚ ਸੰਗਤ ਜੀ ਦਰਸ਼ਨ ਕਰਦੇ ਹੋ, ਬਾਬਾ ਜੀ ਨੇ ਆਪਣਾ ਸੀਸ ਉੱਥੇ ਜਾ ਕੇ ਗੁਰੂ ਦੇ ਚਰਨਾਂ ਵਿੱਚ ਅਰਪਣ ਕੀਤਾ ਹੈ। ਗੁਰੂ ਵੀ ਫਿਰ ਸਿੱਖ ਨੂੰ ਕਿਤਨਾ ਪ੍ਰੇਮ ਕਰਦੇ ਨੇ। ਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਸਿੱਖੋ ਅਗਰ ਤੁਸੀਂ ਮੇਰੇ ਦਰ ਤੱਕ ਪਹੁੰਚਣਾ ਹੈ ਨਾ, ਪਹਿਲਾਂ ਮੇਰਾ ਸਿੱਖ ਜਿਹੜਾ ਚਰਨਾਂ ਵਿੱਚ ਖੜਾ ਹੈ ਨਾ, ਉਹਨੂੰ ਨਤਮਸਤਕ ਹੋ ਕੇ ਆਇਓ, ਉਹਦੇ ਕੋਲੋਂ ਪ੍ਰੇਮ ਕਰਨਾ ਸਿੱਖਿਓ, ਗੁਰੂ ਨੂੰ ਪ੍ਰੇਮ, ਉਹਦੇ ਕੋਲੋਂ ਨਾਮ ਜਪਣਾ ਸਿੱਖਿਓ, ਉਹਦੇ ਕੋਲੋਂ ਬਾਣੀ ਦੇ ਰੰਗ ਵਿੱਚ ਰੰਗਣਾ ਸਿੱਖ ਲਿਓ। ਤੁਸੀਂ ਉਸ ਸਿੱਖ ਨੂੰ ਨਤਮਸਤਕ ਕਰਕੇ ਹੀ ਤੁਸੀਂ ਆਇਓ ਮੇਰੇ ਦਰਬਾਰ ਦੇ ਵਿੱਚ। ਤੋ ਸੰਗਤ ਜੀ, ਜਿੱਥੇ ਸਾਰੇ ਇਹਨਾਂ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਗੁਰਦੁਆਰਾ ਸ਼ਹੀਦਾਂ ਹੈ ਇੱਥੇ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਉੱਤੇ। ਸੋ ਧੰਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦਾ ਭਰ ਜਵਾਨੀ ਦੇ ਵਿੱਚ ਜਦੋਂ ਕਿ ਤਲਵਾਰਾਂ ਖੰਡੇ ਖੜਕਾਏ ਜਾਂਦੇ ਨੇ, ਉਸ ਵਕਤ ਬਾਬਾ ਜੀ ਨਾਮ ਬਾਣੀ ਕਲਮ ਵਾਰੇ 11 ਸਾਲ ਲਗਾਤਾਰ ਔਰ 40 ਸਾਲ ਭੋਰੇ ਦੇ ਵਿੱਚ ਇਤਨੀ ਬੰਦਗੀ ਕੀਤੀ ਹੈ ਬਾਬਾ ਜੀ ਨੇ। ਔਰ ਜਦੋਂ ਬਿਰਧ ਅਵਸਥਾ ਆਉਂਦੀ ਹੈ ਕਿ ਹੁਣ ਨਾਮ ਜਪੀਏ, ਬਾਣੀ ਦੇ ਨਾਲ ਜੁੜੀਏ, ਤਾਂ ਉਸ ਵਕਤ ਬਾਬਾ ਜੀ ਨਾਮ ਦੇ ਨਾਲ ਤਾਂ ਜੁੜੇ ਹੀ ਪਏ ਨੇ ਔਰ 75-76 ਸਾਲਾਂ ਦੇ ਜਿਹੜੇ 18 ਸਿਰ ਦਾ ਖੰਡਾ ਖੜਕਾ ਕੇ ਜਿਹੜਾ ਹੈ ਜ਼ੁਲਮ ਦਾ ਨਾਸ਼ ਕਰ ਰਹੇ ਨੇ। ਸੰਤ ਸਿਪਾਹੀ ਨੇ ਬਾਬਾ ਜੀ, ਖਾਲਸੇ ਨੇ ਧੰਨ ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ ਦੀ ਜਿੰਨੀ ਮਹਿਮਾ ਕਰ ਲਈ ਜਾਵੇ ਸੰਗਤ ਜੀ, ਉਹ ਥੋੜੀ ਹੈ, ਜਿੰਨੀ ਮਹਿਮਾ ਕਰ ਲਈ ਜਾਵੇ। ਗੁਰਬਾਣੀ ਧੰਨ ਧੰਨ ਆਖਦੀ ਹੈ ਇਹੋ ਜਿਹਾ ਗੁਰਸਿੱਖਾਂ ਨੂੰ। ਸੋ ਧੰਨ ਸੋ ਕਾਗਦ ਕਲਮ ਧੰਨ, ਧੰਨ ਭਾਂਡਾ ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਸੋ ਇਹ ਵੀ ਬਾਬਾ ਜੀ ਦੇ ਲਈ ਗੁਰਬਾਣੀ ਜਿਹੜੀ ਹੈ ਆਪਣਾ ਪ੍ਰੇਮ ਦਿਖਾ ਰਹੀ ਹੈ। ਬਾਬਾ ਜੀ ਧੰਨ ਲਿਖਾਰੀ ਨੇ, ਜਿਨ੍ਹਾਂ ਨੇ ਇੰਨੀ 11 ਸਾਲ ਕਲਮ ਵਾਹ ਆਪਣੀ ਚਲਾਈ ਹੈ, ਗੁਰਬਾਣੀ ਲਿਖੀ ਹੈ। ਸੋ ਤਾਂ ਕਾਗਜ਼ ਵੀ ਧੰਨ ਹੋ ਜਾਂਦਾ ਹੈ, ਉਹ ਕਲਮਾਂ ਵੀ ਧੰਨ ਹੋ ਜਾਂਦੀਆਂ ਨੇ, ਉਹ ਸ਼ਾਹੀਆਂ ਵੀ ਧੰਨ ਹੋ ਜਾਂਦੀਆਂ ਨੇ, ਉਹ ਲਿਖਣ ਵਾਲੇ ਵੀ ਧੰਨ ਹੋ ਜਾਂਦੇ ਨੇ, ਜਪਣ ਗਾਉਣ ਵਾਲੇ ਵੀ ਧੰਨ ਹੋ ਜਾਂਦੇ ਨੇ। ਸੋ ਬਾਬਾ ਜੀ ਦਾ ਜੀਵਨ ਗੁਰਬਾਣੀ ਦੇ ਵਿੱਚ, ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ, ਆਤਮ ਜਿਣੇ ਸਕਲ ਵਸਤਾ ਕੇ ਜਾਕਾ ਸਤਿਗੁਰ ਪੂਰਾ। ਠਾकुर गाइए आत्म रंग, सरनी पावन नाम ਧਿਆਵਨ ਸਹਿਜ ਸਮਾਵਨ ਸੰਗ, ਜਨ ਕੇ ਚਰਨ ਵਸੈ ਮੇਰੇ ਹਿਰਦੈ ਸੰਗ ਪੁਨੀਤਾ ਦੇਹੀ। ਗੁਰੂ ਮਹਾਰਾਜ ਜੀ ਕਹਿੰਦੇ ਨੇ, ਇਹੋ ਜਿਹੇ ਜਨ ਉਹਦੇ ਤਾਂ ਚਰਨ ਸਾਡੇ ਹਿਰਦੇ ਵਿੱਚ ਵਸ ਜਾਣ ਤਾਂ ਕਿ ਸਾਡੀ ਦੇਹ ਵੀ ਪਵਿੱਤਰ ਹੋ ਜਾਵੇ। ਜਨ ਕੀ ਧੂਰ ਦੇਹੋ ਕਿਰਪਾਨ ਦੇ ਨਾਨਕ ਕੈ ਸੁਖ ਹੀ। ਇਹੋ ਜਿਹੇ ਜਨਾਂ ਦੀ ਧੂਰੀ
ਨੂੰ ਲੋਚਣਾ ਚਾਹੀਦਾ, ਸਾਨੂੰ ਮਿਲ ਜਾਵੇ। ਇਸ ਉਹਨਾਂ ਦੀ ਤੂੜੀ ਵਿੱਚ ਪਰਮ ਸੁੱਖ ਹੈ। ਤੋ ਧੰਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦਾ ਜੀਵਨ ਗੁਰੂ ਦੇ ਲਈ ਸਮਰਪਿਤ ਰਿਹਾ, ਬਾਣੀ ਦੇ ਲਈ ਸਮਰਪਿਤ ਰਿਹਾ, ਪੰਥ ਦੇ ਲਈ, ਕੌਮ ਦੇ ਲਈ, ਜ਼ੁਲਮ ਦਾ ਨਾਸ਼ ਕਰਨ ਦੇ ਲਈ ਸਮਰਪਿਤ ਰਿਹਾ। ਦੇਸ਼, ਕੌਮ, ਧਰਮ ਸਭ ਦੀ ਬਾਬਾ ਜੀ ਨੇ ਸਭ ਨੂੰ ਪ੍ਰੇਮ ਕੀਤਾ, ਸਭ ਦੀ ਰੱਖਿਆ ਕੀਤੀ ਸੰਗਤ ਜੀ। ਸੋ ਅਸੀਂ ਸਾਰੇ ਜਣੇ ਅਸੀਸਾਂ ਮੰਗਦੇ ਹਾਂ ਬਾਬਾ ਦੀਪ ਸਿੰਘ ਜੀ ਕੋਲੋਂ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ, ਤੁਸੀਂ ਇਤਨਾ ਨਾਮ ਬਾਣੀ ਦੇ ਨਾਲ ਜੁੜੇ ਹੋਏ ਹੋ। ਤਾਂ ਸਾਨੂੰ ਵੀ ਸਾਰੀਆਂ ਸੰਗਤਾਂ ਨੂੰ ਅਸੀਸਾਂ ਦਿਓ, ਸਾਨੂੰ ਸਭ ਨੂੰ ਨਾਮ ਦਾ ਰੰਗ ਲੱਗ ਜਾਵੇ, ਅਸੀਂ ਵੀ ਸੰਤ ਸਿਪਾਹੀ ਬਣ ਜਾਈਏ, ਅਸੀਂ ਵੀ ਖਾਲਸੇ ਬਣ ਜਾਈਏ, ਤਾਂ ਅਸੀਂ ਵੀ ਗੁਰੂ ਦੇ ਚਰਨਾਂ ਵਿੱਚ ਅਭੇਦ ਹੋ ਜਾਈਏ। ਤੋ ਬਾਰੰਬਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਨਮਸਕਾਰਾਂ, ਨਮਸਕਾਰਾਂ, ਨਮਸਕਾਰਾਂ। ਸੰਗਤ ਜੀ, ਕੋਈ ਵੀ ਗਲਤੀ ਭੁੱਲ ਹੋ ਗਈ ਹੋਵੇ, ਆਪ ਜੀ ਬਖਸ਼ ਦੇਣਾ ਜੀ। ਹਿਰਦੇ ਦੀਆਂ ਗਹਿਰਾਈਆਂ ਤੋਂ ਪ੍ਰੇਮ ਸਹਿਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।